ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਆਇਲਸ ਟਾਸਕ 2 ਦੇ ਵਿੱਚ ਤੁਸੀਂ ਆਪਦਾ ਓਪੀਨੀਅਨ ਕਿਵੇਂ ਕਲੀਅਰਲੀ ਲਿਖ ਸਕਦੇ ਹੋ। ਤੁਸੀਂ ਕਮੈਂਟਸ ਦੇ ਵਿੱਚ ਲਾਈਵ ਚੈਟ ਦੇ ਵਿੱਚ ਮੈਥੋਂ ਪੁੱਛਦੇ ਹੋ ਕਿ ਸਰ ਥੀਸਿਸ ਨੂੰ ਕਲੀਅਰਲੀ ਕਿਵੇਂ ਲਿਖ ਸਕਦਾ, ਤਾਂ ਉੱਥੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਬਟ ਜਿਹੜੇ ਸਟੂਡੈਂਟਸ ਦੀ ਰਿਕੁਐਸਟ ਸੀ ਕਿ ਇੱਕ ਵੀਡੀਓ ਇਹਦੇ ਤੇ ਲੈ ਕੇ ਆਓ, ਸੋ ਉਹਨਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਹੀ ਪ੍ਰੋਡਕਟਿਵ ਹੋਣ ਵਾਲੀ ਹੈ। ਬਿਕੋਜ਼ ਮੈਂ ਇਹਦੇ ਵਿੱਚ ਡਿਸਕਸ ਕਰਨ ਲੱਗਾ ਵਾਂ ਕਿ ਆਪਦੇ ਓਪੀਨੀਅਨ ਨੂੰ ਤੁਸੀਂ ਕਲੀਅਰਲੀ ਕਿਵੇਂ ਲਿਖ ਸਕਦੇ ਹੋ। ਬਹੁਤ ਜ਼ਰੂਰੀ ਆਇਲਸ ਟਾਸਕ 2 ਦੇ ਵਿੱਚ ਆਪਦਾ ਓਪੀਨੀਅਨ ਕਲੀਅਰਲੀ ਲਿਖਣਾ। ਬਿਕੋਜ਼ ਟਾਸਕ ਰਿਸਪੌਂਸ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਿੰਨਾ ਕਲੀਅਰ ਤੁਹਾਡਾ ਓਪੀਨੀਅਨ ਹੋਊਗਾ, ਐਗਜ਼ਾਮੀਨਰ ਨੂੰ ਪੜ੍ਹਨ ਦੇ ਵਿੱਚ ਉਨੀ ਹੀ ਸੌਖ ਆਊਗੀ। ਸੋ ਕੁਐਸਚਨ ਦੇਖਦੇ ਹਾਂ। ਕੁਐਸਚਨ ਜਿਵੇਂ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਪੋਜ਼ੀਟਿਵ ਨੈਗੇਟਿਵ ਡਿਵੈਲਪਮੈਂਟ। ਹੁਣ ਦੇਖੋ ਇਹ ਓਪੀਨੀਅਨ ਬੇਸਡ ਕੁਐਸਚਨ ਹੈ। ਇਹਦੇ ਵਿੱਚ ਤੁਸੀਂ 3 ਓਪੀਨੀਅਨਸ ਦੇ ਸਕਦੇ ਹੋ। ਜਾਂ ਤਾਂ ਇਹਨੂੰ ਕੰਪਲੀਟਲੀ ਪੋਜ਼ੀਟਿਵ ਮੰਨ ਸਕਦੇ ਹੋ ਜਾਂ ਕੰਪਲੀਟਲੀ ਨੈਗੇਟਿਵ ਮੰਨ ਸਕਦੇ ਹੋ। ਉਹਦੇ ਵਿੱਚ ਤਾਂ ਈਜ਼ੀ ਆ, ਬਟ ਕਈ ਵਾਰੀ ਸਟੂਡੈਂਟਸ ਨੂੰ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਹਰ ਵਾਰੀ ਉਹਨਾਂ ਕੋਲ ਪੋਜ਼ੀਟਿਵਸ ਉਨੇ ਨਹੀਂ ਹੁੰਦੇ ਕਿ ਉਹ ਇੱਕ ਸਾਈਡ ਜਾ ਸਕਣ, ਜਾਂ ਇੰਨੇ ਨੈਗੇਟਿਵਸ ਨਹੀਂ ਹੁੰਦੇ ਕਿ ਉਹ ਇੱਕ ਸਾਈਡ ਜਾ ਸਕਣ। ਉਹਦੇ ਵਿੱਚ ਤੁਸੀਂ ਥੀਸਿਸ ਲਾਈਨ ਕਿਵੇਂ ਲਿਖ ਸਕਦੇ ਹੋ। ਸੋ ਹੈਵ ਅ ਲੁੱਕ। ਸੋ क्वेश्चन ਤੁਹਾਡੇ ਕੋਲੇ ਕੀ ਆ। क्वेश्चन मैं एक एग्जांपल ਦੇ ਤੌਰ ਤੇ ਲੈ ਕੇ ਆਇਆ। वर्क फ्रॉम होम इज इंक्रीजिंगली सीन एज एन अल्टरनेटिव टू वर्किंग एट द ऑफिस। कि वर्किंग फ्रॉम होम ਨੂੰ ਬਹੁਤ ਜ਼ਿਆਦਾ ਇਸ ਦਾ ਬਦਲ ਦੇਖਿਆ ਜਾ ਰਿਹਾ। ਵਰਕਿੰਗ ਫਰਮ ਹੋਮ ਨੂੰ ਕਿਹਦਾ ਬਦਲ ਦੇਖਿਆ ਜਾ ਰਿਹਾ? ਵਰਕਿੰਗ ਐਟ ਦੀ ਆਫਿਸ। ਇੰਕਰੀਜ਼ਿੰਗਲੀ ਇੱਥੋਂ ਇਹ ਸ਼ੋ ਕਰਦਾ ਪਿਆ ਕਿ ਹੁਣ ਇਹਨੂੰ ਜ਼ਿਆਦਾ ਫੇਵਰ ਦਿੱਤਾ ਜਾ ਰਿਹਾ ਵਰਕਿੰਗ ਫਰਮ ਹੋਮ ਨੂੰ, ਕਿਹਦੀ ਬਜਾਏ? ਵਰਕਿੰਗ ਐਟ ਦੀ ਆਫਿਸ। ਇਜ਼ ਦਿਸ ਅ ਪੋਜ਼ੀਟਿਵ ਔਰ ਨੈਗੇਟਿਵ ਡਿਵੈਲਪਮੈਂਟ? ਹੁਣ ਤੁਸੀਂ ਲਿੰਕਰਸ ਯੂਜ਼ ਕਰ ਸਕਦੇ ਹੋ। ਜਿਵੇਂ ਤੁਸੀਂ ਫਾਰਮਲ ਲਿੰਕਰਸ ਹਮੇਸ਼ਾ ਯੂਜ਼ ਕਰੋ, ਇਨਫਾਰਮਲ ਨਾ ਯੂਜ਼ ਕਰੋ, ਕਿਉਂਕਿ ਬਿਕੋਜ਼ ਰਾਈਟਿੰਗ ਟਾਸਕ 2 ਦੇ ਵਿੱਚ ਥੋੜੀ ਟੋਨ ਹਮੇਸ਼ਾ ਫਾਰਮਲ ਹੋਣੀ ਚਾਹੀਦੀ ਆ। ਸੋ ਉਹਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ ਇਨ ਮਾਈ ਓਪੀਨੀਅਨ, ਵਟ ਆਈ ਰੈਕਨ ਇਜ਼, ਆਈ ਓਪਾਈਨ ਦੈਟ, ਬਿਲੀਵ ਦੈਟ, ਆਈ ਵੁੱਡ ਆਰਗਿਊ ਦੈਟ। ਤਾਂ ਲਿੰਕਰਸ ਦੇ ਵਿੱਚ ਨਾ ਫਸੋ। ਧਿਆਨ ਦਿਓ ਕਿ ਓਪੀਨੀਅਨ ਨੂੰ ਕਲੀਅਰਲੀ ਕਿਵੇਂ ਲਿਖਣਾ। ਨਾਓ ਯੂ ਸੀ ਕਿ ਮੈਂ ਇਸ ਚੀਜ਼ ਨੂੰ ਕਿਵੇਂ ਡਿਪਿਕਟ ਕਰਦਾ ਪਿਆ ਕਿ ਜੇ ਮੇਰੇ ਕੋਲੇ ਇੰਨੇ ਪੋਜ਼ੀਟਿਵਸ ਨਹੀਂ ਹੈਗੇ, ਇੰਨੇ ਨੈਗੇਟਿਵਸ ਨਹੀਂ ਹੈਗੇ ਕਿ ਮੈਂ ਇੱਕ ਸਾਈਡ ਜਾ ਸਕਾਂ, ਤਾਂ ਉਹਦੇ ਲਈ ਤੁਹਾਡੀ ਥੀਸਿਸ ਲਾਈਨ ਕੁਝ ਇਦਾਂ ਦੀ ਰਹਿਣੀ ਚਾਹੀਦੀ ਆ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਇਹਨਾਂ ਲਾਈਨਸ ਨੂੰ ਹੀ ਰੱਟੇ ਮਾਰ ਕੇ ਇਦਾਂ ਹੀ ਲਿਖਣਾ ਹੈ। ਇਹ ਸਿਰਫ ਇੱਕ ਪਲੇਟਫਾਰਮ ਤੁਹਾਨੂੰ ਦੇ ਰਿਹਾ ਕਿ ਤੁਸੀਂ ਇਹਦੇ ਬਿਹਾਫ ਤੇ ਤੁਸੀਂ ਦੇਖੋ ਵੀ ਤੁਸੀਂ ਆਪਦੇ ਓਪੀਨੀਅਨ ਨੂੰ ਕਿਵੇਂ ਐਕਸਪ੍ਰੈਸ ਕਰ ਸਕਦੇ ਹੋ। ਜਿਵੇਂ ਹੁਣ ਮੰਨ ਲਓ ਵੀ ਮੇਰੇ ਕੋਲੇ ਇੰਨੇ ਪੋਜ਼ੀਟਿਵ ਜਾਂ ਨੈਗੇਟਿਵਸ ਨਹੀਂ ਹੈ ਕਿ ਮੈਂ ਇੱਕ ਸਾਈਡ ਨਹੀਂ ਜਾਣਾ ਚਾਹੁੰਦਾ, ਮੈਂ ਦੋਵੇਂ ਸਾਈਡਸ ਦੀ ਗੱਲ ਕਰਨਾ ਚਾਹੁੰਦਾ, ਤਾਂ ਦੋਵੇਂ ਸਾਈਡਸ ਦੀ ਗੱਲ ਕੀਤੀ ਵੀ ਜਾ ਸਕਦੀ ਆ। ਕਦੇ ਵੀ ਕਨਫਿਊਜ਼ ਨਾ ਹੋਵੋ ਕਿ ਅਸੀਂ ਇੱਕ ਸਾਈਡ ਨਹੀਂ ਜਾ ਸਕਦੇ, ਇੱਕ ਸਾਈਡ ਹੀ ਜਾਣਾ। ਠੀਕ ਹੈ, ਤੁਹਾਡੇ ਕੋਲੇ ਫਲੈਕਸੀਬਿਲਿਟੀ ਹੁੰਦੀ ਆ ਆਪਦਾ ਓਪੀਨੀਅਨ ਐਕਸਪ੍ਰੈਸ ਕਰਨ ਦੀ। ਤਾਂ ਤੁਸੀਂ ਇਦਾਂ ਲਿਖ ਸਕਦੇ ਹੋ, ਆਈ ਵੁੱਡ ਆਰਗਿਊ ਦੈਟ ਰਿਮੋਟ ਵਰਕਿੰਗ। ਮੈਂ ਪੈਰਾਫਰੇਜ਼ ਕਰਤਾ, ਵਰਕਿੰਗ ਫਰਮ ਹੋਮ ਨੂੰ ਤੁਸੀਂ ਰਿਮੋਟ ਵਰਕਿੰਗ ਵੀ ਕਹਿ ਸਕਦੇ ਹੋ। ਰਿਮੋਟ ਵਰਕਿੰਗ ਇਜ਼ ਅ ਪੋਜ਼ਿਟਿਵ ਜਾਂ ਫਿਰ ਡਿਜ਼ਾਇਰੇਬਲ ਫਿਨੋਮੀਨਨ ਟੂ ਅ ਗ੍ਰੇਟ ਐਕਸਟੈਂਟ। ਮੈਂ ਇਹ ਮੰਨ ਰਿਹਾ ਕਿ ਵਰਕਿੰਗ ਫਰਮ ਹੋਮ ਟੂ ਅ ਗ੍ਰੇਟ ਐਕਸਟੈਂਟ ਬਹੁਤ ਹੱਦ ਤੱਕ ਇੱਕ ਡਿਜ਼ਾਇਰੇਬਲ ਫਿਨੋਮੀਨਨ ਹੈ, ਇੱਕ ਪੋਜ਼ਿਟਿਵ ਫਿਨੋਮੀਨਨ ਆ, ਪੋਜ਼ਿਟਿਵ ਆ, ਫਾਇਦੇਮੰਦ ਆ। ਯੈਟ ਜਾਂ ਬਟ ਲਾ ਕੇ ਫਿਰ ਤੁਸੀਂ ਅੱਗੇ ਆਪਦੀ ਕੰਟਰਾਡਿਕਸ਼ਨ ਦੇ ਸਕਦੇ ਹੋ। ਯੈਟ ਬਟ ਦ ਪੋਸੀਬਲ ਰਿਸਕਸ ਐਸੋਸੀਏਟਡ ਆਰ ਅਨਇਗਨੋਰੇਬਲ। ਤਾਂ ਐਸੋਸੀਏਟਡ ਦਾ ਮਤਲਬ ਕੀ ਹੈ ਕਿ ਜਿਹੜੇ ਇਹਦੇ ਨਾਲ ਪੋਸੀਬਲ ਰਿਸਕ ਜੁੜੇ ਹੋਏ ਆ। ਆਰ ਅਨਇਗਨੋਰੇਬਲ, ਅਨਇਗਨੋਰੇਬਲ ਮਤਲਬ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹਨੂੰ ਕਈ ਸਟੂਡੈਂਟਸ ਇਹ ਵੀ ਲਿਖ ਦਿੰਦੇ ਕੈਨ ਨਾਟ ਬੀ ਨੈਗਲੈਕਟਡ, ਤਾਂ ਉਹ ਵੀ ਗਲਤ ਨਹੀਂ ਹੈਗੀ, ਉਹ ਵੀ ਸਹੀ ਆ। ਬਸ ਤੁਹਾਡਾ ਓਪੀਨੀਅਨ ਕਲੀਅਰ ਹੋਣਾ ਚਾਹੀਦਾ। ਹੁਣ ਇੱਥੋਂ ਐਗਜ਼ਾਮੀਨਰ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜਾ ਰਾਈਟਰ ਆ, ਕੈਂਡੀਡੇਟ ਆ, ਇਹ ਰਿਸਕਸ ਨੂੰ ਵੀ ਐਕਨੋਲੇਜ ਕਰਦਾ ਪਿਆ। ਰਿਸਕ ਜਿਹੜੇ ਇਹਦੇ ਨਾਲ ਜੁੜੇ ਹੋਏ ਆ, ਚੈਲੰਜਸ, ਉਹਨਾਂ ਨੂੰ ਵੀ ਐਕਨੋਲੇਜ ਕਰਦਾ ਪਿਆ। ਪਰ ਇਹਦਾ ਓਪੀਨੀਅਨ ਜ਼ਿਆਦਾਤਰ ਕਿਹੜੀ ਸਾਈਡ ਨੂੰ ਜਾ ਰਿਹਾ? ਜ਼ਿਆਦਾਤਰ ਇਹ ਜਿਹੜਾ ਫਿਨੋਮੀਨਨ ਆ, ਇਹ ਜਿਹੜਾ ਸਿਚੁਏਸ਼ਨ ਆ, ਫਿਨੋਮੀਨਨ ਮੀਨਸ ਜਦੋਂ ਕੋਈ ਚੀਜ਼ ਚੇਂਜ ਆ ਰਹੀ ਆ, ਡਿਵੈਲਪਮੈਂਟ ਆ ਰਹੀ ਆ, ਤਾਂ ਉਹ ਕੀ ਆ? ਗ੍ਰੇਟ ਐਕਸਟੈਂਟ ਤੱਕ ਇਹ ਕੀ ਮੰਨ ਰਿਹਾ? ਇਹਨੂੰ ਡਿਜ਼ਾਇਰੇਬਲ ਮੰਨ ਰਿਹਾ, ਪੋਜ਼ਿਟਿਵ ਮੰਨ ਰਿਹਾ। ਤਾਂ ਇੱਥੋਂ ਐਗਜ਼ਾਮੀਨਰ ਨੂੰ ਪਤਾ ਲੱਗਿਆ। ਇਹਨੂੰ ਤੁਸੀਂ ਉਲਟ ਵੀ ਕਰ ਸਕਦੇ ਹੋ, ਇਹਨੂੰ ਤੁਸੀਂ ਉਲਟਾ ਵੀ ਸਕਦੇ ਹੋ। ਜੇ ਤੁਸੀਂ ਇਹਨੂੰ ਨੈਗੇਟਿਵ ਮੰਨਦੇ ਹੋ ਤਾਂ ਤੁਸੀਂ ਇੱਥੇ ਕੀ ਲਿਖ ਸਕਦੇ ਹੋ? ਨੈਗੇਟਿਵ ਅਨਫੇਵਰੇਬਲ ਯੈਟ ਬਟ ਲਗਾ ਕੇ ਤੁਸੀਂ ਕਹਿ ਸਕਦੇ ਹੋ ਕਿ ਜੀ ਪੋਸੀਬਲ ਜਾਂ ਫਿਜ਼ੀਬਲ ਪੋਜ਼ਿਟਿਵਸ ਜਿਹੜੇ ਆ ਉਹ ਅਨਇਗਨੋਰੇਬਲ ਆ, ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿ ਜਦੋਂ ਵੀ ਤੁਹਾਡੇ ਕੋਲੇ ਪੋਜ਼ਿਟਿਵ ਨੈਗੇਟਿਵ ਡਿਵੈਲਪਮੈਂਟ ਦਾ ਟਾਸਕ ਆਉਂਦਾ ਹੈ, ਕੁਐਸਚਨ ਆਉਂਦਾ ਹੈ, ਤਾਂ ਤੁਸੀਂ ਦੇਖੋ ਕਿ ਜੇ ਤੁਹਾਡੇ ਕੋਲੇ ਤੁਸੀਂ ਇੱਕ ਸਾਈਡ ਨਹੀਂ ਜਾਣਾ ਚਾਹੁੰਦੇ, ਮੋਸਟ ਆਫ ਦ ਸਟੂਡੈਂਟਸ ਦਾ ਮੈਨੂੰ ਪਤਾ ਕਿ ਉਹ ਹਮੇਸ਼ਾ ਹੀ ਕਹਿੰਦੇ ਕਿ ਅਸੀਂ ਬੈਲੈਂਸਡ ਓਪੀਨੀਅਨ ਦੇ ਵਿੱਚ ਲਿਖਣਾ। ਤਾਂ ਬੈਲੈਂਸਡ ਓਪੀਨੀਅਨ ਦੀ ਥੀਸਿਸ ਇਦਾਂ ਕਲੀਅਰ ਹੋਣੀ ਚਾਹੀਦੀ ਆ। ਟੂ ਅ ਗ੍ਰੇਟ ਐਕਸਟੈਂਟ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਹਾਨੂੰ ਵਾਧੇ ਲੱਗਦੀ ਪਈ ਹੈ, ਜਾਂ ਟੂ ਸਮ ਐਕਸਟੈਂਟ ਤੁਸੀਂ ਕਹਿ ਸਕਦੇ ਹੋ ਟੂ ਸਮ ਐਕਸਟੈਂਟ ਮੈਨੂੰ ਇਹ ਨੈਗੇਟਿਵ ਲੱਗਦੀ ਆ, ਟੂ ਅ ਗ੍ਰੇਟ ਐਕਸਟੈਂਟ ਮੈਨੂੰ ਇਹ ਪੋਜ਼ਿਟਿਵ ਲੱਗਦੀ ਆ। ਠੀਕ ਹੈ ਜੀ। ਨਾਓ ਲੈਟਸ ਮੂਵ ਟੂ ਦ ਨੈਕਸਟ ਕੁਐਸਚਨ ਪ੍ਰੌਮਪਟ, ਜਿਹੜਾ ਹੈਗਾ ਆਪਣਾ ਐਡਵਾਂਟੇਜਸ ਡਿਸਐਡਵਾਂਟੇਜਸ। ਹੁਣ ਦੇਖੋ ਉਹਦੇ ਵਿੱਚ ਵੀ ਤੁਹਾਡੇ ਨਾਲ ਇਦਾਂ ਦੀਆਂ ਹੀ ਗੱਲਾਂ ਸ਼ੇਅਰ ਕਰਨ ਵਾਲਾ ਵਾਂ। ਦੇਖੋ ਇਹ ਸੇਮ ਟੌਪਿਕ ਤੇ ਕੁਐਸਚਨ ਆ। ਦੋ ਤਰ੍ਹਾਂ ਦੀਆਂ ਥੀਸਿਸ ਜਿਹੜੀਆਂ ਮੈਂ ਤੁਹਾਡੇ ਉਰੇ ਲੈ ਕੇ ਆਇਆ, ਤੁਹਾਡੇ ਲਈ ਲੈ ਕੇ ਆਇਆ ਕਿ ਤੁਸੀਂ ਦੋ ਤਰੀਕਿਆਂ ਨਾਲ ਕਿਵੇਂ ਲਿਖ ਸਕਦੇ ਹੋ। ਠੀਕ ਹੈ, ਤੇ ਹਮੇਸ਼ਾ ਯਾਦ ਰੱਖੋ ਥੀਸਿਸ ਦੇ ਵਿੱਚ ਆਲਦੋ, ਯੈਟ, ਬਟ ਤੁਹਾਡੇ ਕੰਮ ਆਉਣਗੇ ਹੀ ਆਉਣਗੇ। ਤੁਸੀਂ ਜੇ ਬੈਲੈਂਸਡ ਓਪੀਨੀਅਨ ਦੀ ਗੱਲ ਕਰਦੇ ਹੋ
ਤਾਂ ਤੁਹਾਨੂੰ ਉੱਥੇ ਇੱਕ ਲਿੰਕਰ ਦੀ ਲੋੜ ਹੈ, ਇੱਕ ਕੰਜੰਕਸ਼ਨ ਦੀ ਲੋੜ ਹੈਗੀ ਆ, ਤਾਂ ਤੁਸੀਂ ਯੂਜ਼ ਕਰਨੇ ਸਿੱਖੋ। ਯੈਟ ਬਟ ਹੋ ਗਏ, ਆਲਦੋ ਹੋ ਗਏ। ਤਾਂ ਥੋੜਾ ਜਿਹਾ ਆਪਾਂ ਦੇਖਦੇ ਹਾਂ ਕਿ ਇਹੀ ਸੇਮ ਕੁਐਸਚਨ ਜੇ ਐਡਵਾਂਟੇजेस ਡਿਸਐਡਵਾਂਟੇजेस ਦੇ ਰੂਪ ਦੇ ਵਿੱਚ ਆਉਂਦਾ, ਉਹਦੀ ਫਾਰਮ ਦੇ ਵਿੱਚ ਆਉਂਦਾ, ਤਾਂ ਕਿਵੇਂ ਆਪਾਂ ਡਿਸਕਸ ਕਰ ਸਕਦੇ ਸੀ। ਸਟੇਟਮੈਂਟ ਨੂੰ ਦੇਖਦੇ ਹਾਂ। ਐਨ ਇੰਕਰੀਜ਼ਿੰਗ ਨੰਬਰ ਆਫ EMPLOYERS ਆਰ ਅਡਾਪਟਿੰਗ ਰਿਮੋਟ ਵਰਕਿੰਗ। ਸੇਮ ਕੁਐਸਚਨ ਹੋ ਗਿਆ, ਸੇਮ ਟੌਪਿਕ ਹੋ ਗਿਆ, ਸੇਮ ਸਟੇਟਮੈਂਟ ਹੋ ਗਈ, ਬਟ ਜਿਹੜਾ ਥੱਲੇ ਕੁਐਸਚਨ ਆ ਉਹ ਥੋੜਾ ਡਿਫਰੈਂਟ ਆ। ਡੂ ਦ ਐਡਵਾਂਟੇजेस ਆਊਟਵੇ ਦਾ ਡਿਸਐਡਵਾਂਟੇजेस। ਹੁਣ ਆਊਟਵੇ ਦਾ ਮਤਲਬ ਇਹ ਨਹੀਂ ਹੈਗਾ ਕਿ ਨੰਬਰ ਜ਼ਿਆਦੇ ਆ। ਤੁਸੀਂ ਕਈ ਵਾਰੀ ਮੰਨ ਲੈਂਦੇ ਹੋ ਕਿ ਜੇ ਆਊਟਵੇ ਆ ਤਾਂ ਫਿਰ ਮੈਂ 2 ਐਡਵਾਂਟੇजेस ਲਿਖ ਦੂੰਗਾ, ਇੱਕ ਡਿਸਐਡਵਾਂਟੇਜ ਲਿਖ ਦੂੰਗਾ। ਤੁਸੀਂ ਗਲਤ ਹੋ ਜਾਓਗੇ। ਕੁਐਸਚਨ ਨੂੰ ਧਿਆਨ ਨਾਲ ਪੜੋ। ਕੁਐਸਚਨ ਦੇ ਵਿੱਚ ਐਡਵਾਂਟੇजेस ਐਂਡ ਡਿਸਐਡਵਾਂਟੇजेस ਮਤਲਬ ਪਲੂਰਲ ਆ, ਮਤਲਬ 2 ਤਾਂ ਤੁਹਾਨੂੰ ਲਿਖਣੀਆਂ ਹੀ ਪੈਣਗੀਆਂ, ਠੀਕ ਹੈ। ਉਹ ਫਿਰ ਭਾਵੇਂ ਤੁਸੀਂ ਆਪਦੀ ਕਾਊਂਟਿੰਗ ਇੰਕਰੀਜ਼ ਕਰ ਦਿਓ, 3 ਲਿਖ ਦਿਓ, 2 ਲਿਖ ਦਿਓ, 2 ਤਾਂ ਤੁਹਾਨੂੰ ਲਿਖਣੀਆਂ ਪੈਣਗੀਆਂ, ਬਿਕੋਜ਼ ਉਹਨੇ ਇਹ ਨਹੀਂ ਕਿਹਾ ਡੂ ਦਾ ਐਡਵਾਂਟੇਜ ਆਊਟਵੇ ਦਾ ਡਿਸਐਡਵਾਂਟੇਜ। ਐਸ ਲੱਗੀ ਹੋਈ ਹੈ, ਇਟਸ ਪਲੂਰਲ, ਤਾਂ ਤੁਹਾਨੂੰ 2 ਤਾਂ ਘੱਟੋ ਘੱਟ ਲਿਖਣੀਆਂ ਪੈਣਗੀਆਂ। 2 ਤੋਂ ਵੱਧ ਲਿਖਣਾ ਉਹ ਤੁਹਾਡੀ ਫਲੈਕਸੀਬਿਲਿਟੀ ਤੇ ਡਿਪੈਂਡ ਕਰੂਗਾ। ਹੁਣ ਜੇ ਇਹਦੇ ਵਿੱਚ ਤੁਸੀਂ ਇਹ ਦੱਸਣਾ ਹੈ, ਠੀਕ ਹੈ, ਕਿ ਡਿਸਐਡਵਾਂਟੇजेस ਜ਼ਿਆਦਾ, ਤਾਂ ਥੀਸਿਸ ਕਿਵੇਂ ਲਿਖ ਸਕਦੇ ਹੋ? although ਦਾ ਮੀਨਿੰਗ ਹੁੰਦਾ ਭਾਵੇਂ, ਠੀਕ ਹੈ। The benefits of this development are evident, ਠੀਕ ਹੈ। ਸਾਨੂੰ ਪਤਾ ਇਹਦੇ ਕੁਝ ਬੈਨੀਫਿਟਸ ਹੈਗੇ ਆ। ਉਹੀ ਸੇਮ ਗੱਲ ਆ ਗਈ ਕਿ ਮੈਂ ਇਹਨੂੰ ਅਕਨੋਲੇਜ ਕਰਦਾ ਪਿਆ, ਮੈਂ ਇਹ ਮੰਨ ਰਿਹਾ ਕਿ ਇਹਦੇ ਬੈਨੀਫਿਟਸ ਹੈਗੇ ਆ ਇਸ ਡਿਵੈਲਪਮੈਂਟ ਦੇ, ਆਰ ਐਵੀਡੈਂਟ, ਦਿਖਦੇ ਨੇ, ਕਲੀਅਰ ਨੇ, ਠੀਕ ਹੈ ਜੀ। ਕੌਮਾ although ਤੋਂ ਅੱਗੇ ਹਮੇਸ਼ਾ ਇੱਕ ਕੌਮੇ ਦੀ ਲੋੜ ਹੁੰਦੀ ਹੈ। ਕਦੇ ਵੀ although ਦੇ ਨਾਲ yet but ਨਾ ਯੂਜ਼ ਕਰੋ। ਇਹ ਮੈਂ ਇੱਕ ਵੱਖਰੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਡੈਡੀਕੇਟਡ ਲੈਕਚਰ ਲੈ ਕੇ ਆਉਂਗਾ, ਉਹਦੇ ਵਿੱਚ ਸਮਝਾਉਂਗਾ ਕਿ ਕਿਉਂ yet but although ਦੇ ਨਾਲ ਲਾਉਣਾ ਐਪਰੋਪ੍ਰੀਏਟ ਨਹੀਂ ਹੈਗਾ। although ਭਾਵੇਂ ਮੈਂ ਮੰਨਦਾ ਕਿ ਬੈਨੀਫਿਟਸ ਜਿਹੜੇ ਆ ਉਹ ਦਿਖਦੇ ਪਏ ਆ, ਕਲੀਅਰ ਨੇ, ਐਵੀਡੈਂਟ ਨੇ, ਠੀਕ ਹੈ ਜੀ, ਪ੍ਰਤੱਖ ਨੇ, ਪਰ I would argue that the drawbacks are far more significant ਜਾਂ severe। ਹੁਣ far more significant ਦਾ ਮਤਲਬ ਬਹੁਤ ਜ਼ਿਆਦਾ ਗੰਭੀਰ ਨੇ, ਉਹਨਾਂ ਦੀ ਵੇਟੇਜ ਜ਼ਿਆਦੇ ਆ, ਉਹ ਜ਼ਿਆਦਾ ਗੰਭੀਰ ਨੇ ਕਿਹਦੇ ਨਾਲੋਂ? ਬੈਨੀਫਿਟਸ ਦੇ ਨਾਲੋਂ। ਤਾਂ ਤੁਸੀਂ ਹੁਣ ਉੱਥੇ ਬੈਨੀਫਿਟਸ ਵੀ ਲਿਖੋਗੇ ਤੇ ਆਪਦੇ ਡਰਾਬੈਕਸ, ਐਡਵਾਂਟੇजेस ਵੀ ਤੇ ਡਿਸਐਡਵਾਂਟੇजेस ਵੀ, ਪਰ ਤੁਸੀਂ ਆਪਦੇ ਓਪੀਨੀਅਨ ਦੇ ਵਿੱਚ ਕਲੀਅਰ ਕਰ ਦੋਗੇ ਐਗਜ਼ਾਮੀਨਰ ਨੂੰ, ਬਈ ਮੈਂ ਇਹ ਮੰਨਦਾ ਕਿ ਮੇਰਾ ਓਪੀਨੀਅਨ ਇਹ ਆ ਕਿ ਜਿਹੜੇ ਡਰਾਬੈਕਸ ਆ ਉਹ ਜ਼ਿਆਦਾ ਸੀਵੀਅਰ ਆ, ਜ਼ਿਆਦਾ ਗੰਭੀਰ ਆ, ਜ਼ਿਆਦਾ ਸਿਗਨੀਫੀਕੈਂਟ ਆ। ਹੁਣ ਇੱਥੇ ਨੰਬਰ ਦੀ ਗੱਲ ਨਹੀਂ ਚੱਲਦੀ ਬਈ, ਮੈਂ ਫੇਰ ਦੱਸਦਾ ਕਿ ਤਵੱਜੋ ਕਿਹਦੀ ਜ਼ਿਆਦਾ ਆ, ਬੈਨੀਫਿਟਸ ਦੀ ਜ਼ਿਆਦਾ ਆ ਜਾਂ ਫਿਰ ਨੁਕਸਾਨ ਦੀ ਜ਼ਿਆਦਾ ਆ, ਫਾਇਦੇ ਦੀ ਜ਼ਿਆਦਾ ਜਾਂ ਨੁਕਸਾਨ ਦੀ ਜ਼ਿਆਦਾ। ਪਰ ਜੇ ਹੁਣ ਤੁਸੀਂ ਇਹਨੂੰ ਉਲਟ ਕਰਕੇ ਲਿਖਣਾ ਹੋਵੇ, ਸਰ ਵੀ ਮੈਂ ਤਾਂ ਇਹ ਮੰਨਦਾ ਵਾਂ ਕਿ ਜਿਹੜੇ ਹੈਗੇ ਆ ਐਡਵਾਂਟੇजेस ਜ਼ਿਆਦਾ ਵਾ, ਤਾਂ ਐਡਵਾਂਟੇजेस ਦੇ ਵਿੱਚ ਤੁਸੀਂ ਮੇਰੀ ਇੱਕ ਥੀਸਿਸ ਤੋਂ ਇਹ ਸਿੱਖ ਸਕਦੇ ਹੋ ਕਿ ਕਿਵੇਂ ਲਿਖ ਸਕਦੇ ਹੋ, ਠੀਕ ਹੈ। ਫਾਰ ਮੋਰ ਸਿਗਨੀਫੀਕੈਂਟ, ਸੀਵੀਅਰ ਤੁਸੀਂ ਲਿਖਤਾ, ਠੀਕ ਹੈ। ਇਹ ਵੀ ਐਕਸਚੇਂਜ ਹੋ ਸਕਦਾ, ਜਿਵੇਂ ਬੈਨੀਫਿਟਸ ਇੱਥੇ ਆ ਜਾਣਗੇ, ਡਰਾਬੈਕਸ ਇੱਥੇ ਆ ਜਾਣਗੇ, ਇੱਥੇ ਵੀ ਉਹ ਚੀਜ਼ ਹੋ ਸਕਦੀ ਹੈ। ਪਰ ਉਹਨੂੰ ਤੁਸੀਂ ਹਮੇਸ਼ਾ ਇਹ ਪੁੱਛਦੇ ਹੋ ਕਿ ਨਵੇਂ ਤਰੀਕੇ, ਵੱਖਰੇ ਤਰੀਕੇ ਨਾਲ ਅਸੀਂ ਕਿਵੇਂ ਲਿਖੀਏ, ਤਾਂ ਉਹ ਵੀ ਤੁਹਾਡੇ ਲਈ ਹਾਜ਼ਰ ਆ ਉਹ ਚੀਜ਼। ਆਈ ਬਿਲੀਵ ਦੈਟ ਡਿਸਪਾਈਟ ਦਾ ਪੋਟੈਂਸ਼ੀਅਲ ਜਾਂ ਫਿਜ਼ੀਬਲ ਚੈਲੰਜਸ, ਪੋਟੈਂਸ਼ੀਅਲ ਮਤਲਬ ਪੋਸੀਬਲ, ਫਿਜ਼ੀਬਲ ਪੋਸੀਬਲ, ਮੁਮਕਿਨ ਆ ਜਿਹੜੇ, ਠੀਕ ਹੈ ਜੀ। ਅਸੀਂ ਇਹ ਕਹਿ ਰਹੇ ਹਾਂ ਵੀ ਹਾਂ ਮੁਮਕਿਨ ਆ ਕਿ ਚੈਲੰਜਸ ਆਉਣਗੇ। ਚੈਲੰਜਸ ਦੇ ਬਾਵਜੂਦ, ਡਿਸਪਾਈਟ ਚੈਲੰਜਸ, ਰੁਕਾਵਟਾਂ ਦੇ ਬਾਵਜੂਦ ਮੈਂ ਕੀ ਮੰਨਦਾ? ਦ ਮੈਰਿਟਸ ਆਫ ਵਰਕਿੰਗ ਫਰੋਮ ਹੋਮ। ਮੈਰਿਟਸ ਮਤਲਬ ਫਾਇਦੇ, ਕਾਦੇ? ਆਫ ਵਰਕਿੰਗ ਫਰੋਮ ਹੋਮ ਆਊਟਵੇਜ਼ ਐਨੀ ਡੀਮੈਰਿਟ। ਤਾਂ ਹੁਣ ਇੱਥੋਂ ਤੁਸੀਂ ਕੀ ਦੱਸ ਰਹੇ ਹੋ ਕਿ ਜਿਹੜੇ ਮੈਰਿਟਸ ਆ, ਠੀਕ ਆ ਚੈਲੰਜਸ ਹੈਗੇ ਆ, ਪਰ ਜਿਹੜੇ ਮੈਰਿਟਸ ਆ ਉਹ ਕਿਸੇ ਵੀ ਡੀਮੈਰਿਟ ਨੂੰ ਆਊਟਵੇ ਕਰ ਦੇਣਗੇ। ਮਤਲਬ ਫਿਰ ਤੁਸੀਂ ਕੀ ਸ਼ੋ ਕਰਦੇ ਹੋ? ਵੇਟੇਜ ਕਿੱਥੇ ਜ਼ਿਆਦੇ ਆ? ਤਾਂ ਮੈਰਿਟ ਦੀ ਜ਼ਿਆਦੇ ਆ। ਸੋ ਇਹ 2 ਐਗਜ਼ਾਮਪਲਸ ਤੋਂ ਤੁਸੀਂ ਇਹ ਕਲੀਅਰ ਕਰ ਲਓ ਕਿ ਤੁਹਾਡੀ ਥੀਸਿਸ ਐਡਵਾਂਟੇजेस ਡਿਸਐਡਵਾਂਟੇजेस ਵਾਲੇ ਕੁਐਸਚਨ ਦੇ ਵਿੱਚ ਕਿਵੇਂ ਕਲੀਅਰ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਕੰਜੰਕਸ਼ਨ ਦਾ ਯੂਜ਼ ਤੁਹਾਨੂੰ ਕਰਨਾ ਹੀ ਪੈਣਾ, ਬਿਕੋਜ਼ ਤੁਸੀਂ 2 ਗੱਲਾਂ ਨੂੰ ਜੋੜਦੇ ਪਏ ਹੋ ਵੀ ਯਾਰ ਮੈਂ ਠੀਕ ਆ ਵੀ ਮੈਂ ਮੰਨਦਾ ਫਾਇਦੇ ਜਾਂ ਨੁਕਸਾਨ ਹੈਗੇ ਆ, ਪਰ ਮੇਰਾ ਓਪੀਨੀਅਨ ਆ ਕਹਿੰਦਾ। ਉਹ ਜਿਹੜਾ ਪਰ ਆ ਤਾਂ ਉਹਦੇ ਲਈ ਤੁਹਾਨੂੰ although, despite, ਇਹ 2 ਕੰਜੰਕਸ਼ਨਸ ਬਹੁਤ ਕੰਮ ਦੇਣਗੀਆਂ। ਨਾਓ ਲੈਟਸ ਮੂਵ ਟੂ ਦਾ 3rd ਕੁਐਸਚਨ, ਜਿਹੜਾ ਬਹੁਤ ਡਿਫਿਕਲਟ ਮੰਨਿਆ ਜਾਂਦਾ, ਅਗਰੀ ਡਿਸਐਗਰੀ। ਟੂ ਵਾਟ ਐਕਸਟੈਂਟ ਡੂ ਯੂ ਅਗਰੀ ਡਿਸਐਗਰੀ? ਉਹਦੀ ਥੀਸਿਸ ਕਿਵੇਂ ਲਿਖਣੀ ਆ, ਬੈਲੈਂਸ ਦੇ ਵਿੱਚ ਕਿਵੇਂ ਲਿਖਣੀ ਆ, ਵਨ ਸਾਈਡ ਜਾ ਕੇ ਕਿਵੇਂ ਲਿਖਣੀ ਆ, ਉਹ ਮੈਂ ਸ਼ੇਅਰ ਕਰਨ ਲੱਗਿਆ। ਸੋ ਥੋੜਾ ਜਿਹਾ ਧਿਆਨ ਦਿਓ। ਓਕੇ, ਕੁਐਸਚਨ ਆ ਗਿਆ ਇਦਾਂ ਦਾ ਐਗਜ਼ਾਮ ਦੇ ਵਿੱਚ ਕਿ ਕੁਝ ਲੋਕ ਇਹ ਕਹਿੰਦੇ ਆ ਮੀਟ ਕੰਜ਼ੰਪਸ਼ਨ ਨੂੰ ਬੈਨ ਕਰ ਦਿਓ, ਮਾਸ ਖਾਣਾ ਬੈਨ ਹੋਣਾ ਚਾਹੀਦਾ। ਸਮ ਪੀਪਲ ਬਿਲੀਵ ਦੈਟ ਮੀਟ ਕੰਜ਼ੰਪਸ਼ਨ ਸ਼ੁੱਡ ਬੀ ਬੈਨਡ। ਕਿਉਂ? ਬਿਕੋਜ਼ ਇਟ ਐਕਸਪਲੋਇਟਸ ਐਨੀਮਲਸ। ਕਹਿੰਦੇ ਵੀ ਐਨੀਮਲਸ ਦਾ ਸ਼ੋਸ਼ਣ ਹੁੰਦਾ ਇੱਥੇ, ਮੀਟ ਕੰਜ਼ੰਪਸ਼ਨ ਕਰਕੇ, ਮੀਟ ਖਾਣ ਕਰਕੇ ਐਨੀਮਲਸ ਦਾ ਸ਼ੋਸ਼ਣ ਕੀਤਾ ਜਾਂਦਾ, ਤਾਂ ਕਰਕੇ ਇਹਨੂੰ ਬੈਨ ਕਰ ਦਿਓ। ਲੋਕਾਂ ਦਾ ਵਿਚਾਰ ਦੇਤਾ। ਉਹਨਾਂ ਨੇ ਤੁਹਾਨੂੰ ਕੀ ਪੁੱਛਿਆ? ਟੂ ਵਾਟ ਐਕਸਟੈਂਟ ਡੂ ਯੂ ਅਗਰੀ ਡਿਸਐਗਰੀ? ਤੁਸੀਂ ਕਿਸ ਹੱਦ ਤੱਕ ਸਹਿਮਤ ਹੋ ਜਾਂ ਅਸਹਿਮਤ ਹੋ? ਤਾਂ ਉਹ ਜਿਹੜੀ ਹੱਦ ਆ, ਐਕਸਟੈਂਟ ਆ, ਉਹਨੂੰ ਕਲੀਅਰ ਕਰਕੇ ਜਾਓ ਇੱਥੇ। ਤਾਂ ਇਹ ਹਮੇਸ਼ਾ ਯਾਦ ਰੱਖਿਓ, ਜਦੋਂ ਟੂ ਵਾਟ ਐਕਸਟੈਂਟ ਆ ਜਾਂਦਾ
ਤਾਂ ਯਾਦ ਰੱਖਿਓ ਮੋਸਟ ਆਫ ਦਾ ਕੇਸਿਸ ਦੇ ਵਿੱਚ, ਹਰੇਕ ਕੁਐਸਚਨ ਦੇ ਵਿੱਚ ਨਹੀਂ, ਮੋਸਟ ਆਫ ਦਾ ਕੁਐਸਚਨਸ ਦੇ ਵਿੱਚ ਬੈਲੈਂਸਡ ਓਪੀਨੀਅਨ ਸਭ ਤੋਂ ਈਜ਼ੀ ਹੁੰਦਾ। ਠੀਕ ਹੈ, ਬੈਲੈਂਸਡ ਓਪੀਨੀਅਨ ਦੇਣਾ ਸੌਖੀ ਗੱਲ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਸਾਈਡ ਜਾਂਦੇ ਹੋ ਤਾਂ ਤੁਹਾਡੇ ਕੋਲੇ ਡਿਪੈਂਡ ਕਰਦਾ ਤੁਹਾਡੇ ਕੋਲੇ ਉਨੇ ਸਟਰੋਂਗ ਆਰਗੂਮੈਂਟ ਹੈਗੇ ਆ ਆਪਦੀ ਪੋਜੀਸ਼ਨ ਕਲੀਅਰ ਕਰਨ ਨੂੰ। ਜੇ ਹੈਗੇ ਆ ਤਾਂ ਜਾਓ, ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਜਿਹੜੇ ਸਟੂਡੈਂਟਸ ਇਹ ਕਹਿੰਦੇ ਵੀ ਸਾਨੂੰ ਇੱਕ ਸਾਈਡ ਵੱਲ ਜਾਣਾ ਔਖਾ ਲੱਗਦਾ, ਤਾਂ ਉਹ ਹਮੇਸ਼ਾ ਯਾਦ ਰੱਖਣ ਕਿ ਤੁਸੀਂ ਇਹਦੇ ਵਿੱਚ ਬੈਲੈਂਸਡ ਓਪੀਨੀਅਨ ਹੋ ਰਹੇ ਹੋ, ਪਾਰਸ਼ਲੀ ਅਗਰੀ ਨਹੀਂ ਹੋ ਰਹੇ। ਪਾਰਸ਼ਲੀ ਅਗਰੀ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਬੈਲੈਂਸਡ ਓਪੀਨੀਅਨ ਹੁੰਦਾ। ਤਾਂ ਕਿਵੇਂ ਉਹਦੀ ਥੀਸਿਸ ਕਿਵੇਂ ਲਿਖ ਸਕਦੇ ਹੋ? ਠੀਕ ਹੈ, ਆ ਦੇਖੋ, ਮੰਨ ਲਓ ਤੁਸੀਂ ਇਹ ਚੀਜ਼ ਕਹਿਤੀ ਐਗਜ਼ਾਮੀਨਰ ਨੂੰ, ਠੀਕ ਹੈ, ਤੁਸੀਂ ਇਹ ਕਹਿਤਾ ਆਲਦੋ, ਠੀਕ ਆ ਵੀ ਮੈਂ ਨਾ ਇਹਦੇ ਵਿਰੋਧ ਚ ਆ, ਤੁਸੀਂ ਇਹ ਕਹਿਤਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਮੇਰੇ ਅਕੋਰਡਿੰਗ, ਮੇਰੇ ਵਿਚਾਰ ਦੇ ਵਿੱਚ ਮੀਟ ਕੰਜ਼ੰਪਸ਼ਨ, ਮਾਸ ਖਾਣਾ, ਮੈਂ ਪੂਰਾ ਇਹਦਾ ਵਿਰੋਧ ਕਰਦਾ, ਮੇਰੇ ਅਕੋਰਡਿੰਗ ਇਹ ਸਹੀ ਨਹੀਂ ਹੈਗੀ। ਤਾਂ ਪਰ ਫਿਰ ਵੀ ਮੈਂ ਇਹ ਮੰਨਦਾ ਕਿ ਕੁਝ ਕੇਸਿਸ ਦੇ ਵਿੱਚ ਜਿਵੇਂ ਆਈਡੀਆਜ਼ ਹੁੰਦੇ ਆ ਹਰੇਕ ਬੱਚੇ ਕੋਲੇ, ਤਾਂ ਇਹਦੀ ਆਪਾਂ ਇੱਥੇ ਇੱਕ ਐਗਜ਼ਾਮਪਲ ਨਾਲ ਸਮਝ ਲੈਂਦੇ ਆ ਵੀ ਮੀਟ ਕੰਜ਼ੰਪਸ਼ਨ ਜਿਹੜੀ ਆ ਉਹ ਵੈਸੇ ਤਾਂ ਗਲਤ ਆ, ਪਰ ਕਈ ਕੇਸਿਸ ਦੇ ਵਿੱਚ ਮੀਟ ਖਾਣਾ ਪੈ ਜਾਂਦਾ, ਜਿਵੇਂ ਕੋਈ ਬਿਮਾਰੀ ਹੋ ਗਈ, ਜਿਵੇਂ ਕਈ ਆਪਾਂ ਦੇਖਦੇ ਆ ਐਦਾਂ ਦੇ ਦੇਸ਼ ਨੇ ਜਿੱਥੇ ਹਰਿਆਵਲ ਹੈ ਹੀ ਨਹੀਂ, ਗ੍ਰੀਨਰੀ ਹੈ ਹੀ ਨਹੀਂ, ਤਾਂ ਉੱਥੇ ਲੋਕਾਂ ਨੂੰ ਕੀ ਖਾਣਾ ਪੈਂਦਾ? ਮਾਸ ਹੀ ਖਾਣਾ ਪੈਂਦਾ। ਤੁਸੀਂ ਉਸ ਚੀਜ਼ ਨੂੰ ਵੀ ਐਕਨੋਲੇਜ ਕਰਨਾ ਚਾਹੁੰਦੇ ਹੋ, ਤਾਂ ਉਹਦਾ ਬੈਲੈਂਸਡ ਓਪੀਨੀਅਨ ਕੀ ਹੋਊਗਾ? ਉਹਦਾ ਬੈਲੈਂਸਡ ਓਪੀਨੀਅਨ ਇਹ ਹੋਊਗਾ ਫਿਰ ਆਲਦੋ ਦੇ ਨਾਲ, ਆਲਦੋ ਟੂ ਅ ਗ੍ਰੇਟ ਐਕਸਟੈਂਟ ਆਈ ਅਪੋਜ਼ ਮਤਲਬ ਵਿਰੋਧ ਚ, ਠੀਕ ਹੈ, ਵਿਰੋਧ ਕਰਦਾ, ਆਈ ਅਪੋਜ਼ ਨਾਨ ਵੈਜੀਟੇਰੀਅਨ ਲਾਈਫ ਸਟਾਈਲ। ਇਹ ਜਿਹੜਾ ਨਾਨ ਵੈਜੀਟੇਰੀਅਨ ਲਾਈਫ ਸਟਾਈਲ ਉਹਨੂੰ ਮੈਂ ਬਦਲਤਾ, ਮੀਟ ਕੰਜ਼ੰਪਸ਼ਨ ਨੂੰ ਬਦਲਤਾ, ਮੈਂ ਨਾਨ ਵੈਜੀਟੇਰੀਅਨ ਲਾਈਫ ਸਟਾਈਲ ਦੇ ਵਿਰੋਧ ਦੇ ਵਿੱਚ ਆ, ਟੂ ਅ ਗ੍ਰੇਟ ਐਕਸਟੈਂਟ, ਬਹੁਤ ਹੱਦ ਤੱਕ। ਪਰ ਫਿਰ ਵੀ ਕੌਮਾ ਲਾ ਕੇ ਮੈਂ ਕੀ ਕਹਿ ਰਿਹਾ? ਪਰ ਫਿਰ ਵੀ it becomes a necessity to eat meat in a few circumstances, ਪਰ ਫਿਰ ਵੀ ਜ਼ਰੂਰਤ ਬਣ ਜਾਂਦੀ ਆ ਮੀਟ ਖਾਣਾ ਕਈ ਕੇਸਿਸ ਦੇ ਵਿੱਚ, ਕਈ ਹਾਲਾਤਾਂ ਦੇ ਵਿੱਚ, a few ਕੁਝ, ਠੀਕ ਹੈ, ਕਈ ਤਾਂ ਕੁਝ ਹਾਲਾਤਾਂ ਦੇ ਵਿੱਚ ਮੀਟ ਖਾਣਾ ਇੱਕ ਕੀ ਬਣ ਜਾਂਦੀ ਆ? ਨੈਸੈਸਿਟੀ ਬਣ ਜਾਣੀ ਹੈ, ਜ਼ਰੂਰਤ ਬਣ ਜਾਣੀ। ਹੁਣ ਇੱਥੋਂ ਤੁਸੀਂ ਕੀ ਸ਼ੋਅ ਕੀਤਾ? ਇੱਥੋਂ ਤੁਸੀਂ ਬੈਲੈਂਸਡ ਓਪੀਨੀਅਨ ਦੇ ਵਿੱਚ ਇਹ ਸ਼ੋਅ ਕਰਤਾ ਕਿ ਮੈਂ ਦੇਖੋ ਜੀ 70% ਮੈਂ ਹੈਗਾ ਡਿਸਐਗਰੀ, ਠੀਕ ਹੈ ਜੀ, ਟੂ ਗ੍ਰੇਟ ਐਕਸਟੈਂਟ ਮਤਲਬ 70% ਮੈਂ ਕੀ ਹੋ ਗਿਆ? ਡਿਸਐਗਰੀ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ। ਪਰ ਮੈਂ 30%, ਠੀਕ ਹੈ ਜੀ, ਮੈਥ ਥੋੜਾ ਜਿਹਾ ਆਪਾਂ ਇਹ ਤੋਂ ਕੰਮ ਲੈ ਲੈਂਦੇ ਆ, 30% ਦੇ ਨਾਲ ਤੁਸੀਂ ਇਸ ਚੀਜ਼ ਨੂੰ ਵੀ ਐਕਨੋਲੇਜ ਕੀਤਾ ਵੀ ਦੇਖੋ ਕਈ ਵਾਰੀ ਕੁਝ ਹਾਲਾਤਾਂ ਦੇ ਵਿੱਚ ਸਾਨੂੰ ਮੀਟ ਖਾਣਾ ਪੈ ਜਾਂਦਾ, ਨੈਸੈਸਿਟੀ, ਜ਼ਰੂਰਤ ਬਣ ਜਾਂਦੀ ਹੈ। ਕਲੀਅਰ ਹੋ ਗਿਆ? ਬੈਲੈਂਸਡ ਓਪੀਨੀਅਨ ਹੋ ਗਿਆ, ਠੀਕ ਹੈ। ਹੁਣ ਆਨੇ ਜੇ ਤੁਸੀਂ ਅਗਰੀ ਹੋਏ ਹੁੰਦੇ ਟੂ ਅ ਗ੍ਰੇਟ ਐਕਸਟੈਂਟ, ਠੀਕ ਹੈ, ਤੇ ਫਿਰ ਤੁਸੀਂ ਕੀ ਕਰਦੇ? ਤੁਸੀਂ ਇੱਥੇ ਲਿਖ ਦਿੰਦੇ although to a great extent I advocate, ਤਾਂ ਉੱਥੇ ਸ਼ਬਦ ਬਦਲ ਜਾਣੇ ਸੀ, ਠੀਕ ਹੈ ਜੀ। ਐਡਵੋਕੇਟ ਮਤਲਬ ਸਪੋਰਟ ਕਰਦਾ, ਸਪੋਰਟ ਵੀ ਲਿਖ ਸਕਦੇ ਸੀਗੇ। I support non vegetarian lifestyle, it becomes, ਠੀਕ ਹੈ, ਫਿਰ ਅੱਗੇ ਥੋੜੀ ਜਿਹੀ ਥੀਸਿਸ ਚੇਂਜ ਹੋ ਜਾਣੀ ਸੀ ਵੀ ਮੇਰੇ ਅਕੋਰਡਿੰਗ ਜਿਹੜਾ ਮੀਟ ਕੰਜ਼ੰਪਸ਼ਨ ਉਹ ਥੋੜਾ ਜਿਹਾ ਗਲਤ ਹੋ ਸਕਦਾ, ਲਿਮਿਟ ਹੋ ਸਕਦਾ, ਇਦਾਂ ਦੀ ਗੱਲ ਹੋ ਸਕਦੀ ਸੀ, ਠੀਕ ਹੈ ਜੀ। ਤੇ ਜੇ ਹੁਣ ਤੁਸੀਂ ਕੰਪਲੀਟਲੀ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਅਗਰੀ ਜਾਂ ਡਿਸਐਗਰੀ ਹੋਣਾ ਸੀਗਾ, ਠੀਕ ਹੈ, ਤਾਂ ਫਿਰ ਵਨ ਸਾਈਡਡ ਓਪੀਨੀਅਨ ਦੇ ਵਿੱਚ ਚਲੇ ਗਏ ਕਿ ਤੁਸੀਂ ਬੈਨ ਕਰਨ ਦੇ ਪੂਰੀ ਤਰ੍ਹਾਂ ਹੱਕ ਦੇ ਵਿੱਚ ਹੋ, ਤਾਂ ਤੁਸੀਂ ਫਿਰ ਕੀ ਯੂਜ਼ ਕਰੋਗੇ? ਆਈ ਕੰਪਲੀਟਲੀ ਅਗਰੀ ਜਾਂ ਆਈ ਫਰਮਲੀ ਬਿਲੀਵ ਦੈਟ, ਮੈਂ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਹਾਂ ਕਿ that consuming meat needs to be prohibited banned ਦਾ ਇੱਕ ਸਿਨੋਨਿਮ ਹੋ ਗਿਆ, ਮਤਲਬ ਬੈਨ ਕਰ ਦੋ ਵੀ, ਇਹ ਤਾਂ ਬੈਨ ਕਰਨਾ ਚਾਹੀਦਾ ਹੀ ਆ। ਬਿਕੋਜ਼, ਕਿਉਂਕਿ, ਹੁਣ ਦੇਖੋ ਬਿਕੋਜ਼, ਕਿਉਂਕਿ ਇਹ ਵੀ ਇੱਕ ਕੰਜੰਕਸ਼ਨ ਆ, ਤਾਂ ਯਾਦ ਰੱਖੋ ਕਿ ਤੁਹਾਨੂੰ ਕੰਜੰਕਸ਼ਨਸ ਓਪੀਨੀਅਨ ਦੇ ਵਿੱਚ ਯੂਜ਼ ਕਰਨੀਆਂ ਚਾਹੀਦੀਆਂ ਨੇ, ਤੇ ਵੈਸੇ ਜੇ ਗੱਲ ਕਰੀਏ ਕਰਨੀਆਂ ਪੈਣੀਆਂ ਨੇ, ਕਿਉਂਕਿ ਤੁਸੀਂ ਗੱਲ ਜਿਹੜੀ ਆ ਉਹਨੂੰ ਐਕਸਪਲੇਨ ਕਰਨਾ, ਕਲੀਅਰ ਓਪੀਨੀਅਨ ਦੇਣਾ। ਇਹ ਨਹੀਂ ਕਹਿਣਾ I agree to some extent, I will explain my opinion in further paragraphs, ਤੁਸੀਂ ਉੱਥੇ ਰਾਜੇ ਕਲੀਅਰ ਓਪੀਨੀਅਨ ਨਹੀਂ ਦੇ ਰਹੇ, ਠੀਕ ਹੈ ਜੀ, ਕਲੀਅਰ। ਤਾਂ ਹੁਣ ਦੇਖੋ needs to be prohibited because it is unjust ਮਤਲਬ ਧੱਕਾ, ਠੀਕ ਹੈ ਜੀ। ਆਪਾਂ ਕਹਿ ਦਈਏ ਉਹਨਾਂ ਦੇ ਨਾਲ ਜਸਟ ਨਹੀਂ ਹੋ ਰਿਹਾ, ਉਹਨਾਂ ਦੇ ਨਾਲ ਨਾਇਨਸਾਫੀ ਹੋ ਰਹੀ ਆ। It is unjust to exploit, unjust ਮਤਲਬ ਗਲਤ, to exploit animals when there are way better vegetarian alternatives। ਤਾਂ ਤੁਸੀਂ ਫਿਰ ਇੱਥੇ ਆਪਦਾ ਰੀਜ਼ਨ ਵੀ ਦੇਤਾ ਕਿ ਮੈਂ ਕਿਉਂ ਮੰਨਦਾ ਇਹ ਗਲਤ ਹੋ ਰਿਹਾ, ਕਿਉਂਕਿ ਐਨੀਮਲਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਉਦੋਂ ਜਦੋਂ ਸਾਡੇ ਕੋਲੇ ਵੈਜੀਟੇਰੀਅਨ ਆਲਟਰਨੇਟਿਵਸ ਬਹੁਤ ਵਧੀਆ ਨੇ, ਵੇ ਬੈਟਰ ਨੇ। ਸੋ ਦਿਸ ਇਜ਼ ਹਾਊ ਯੂ ਐਕਸਪਲੇਨ ਇਫ ਯੂ ਫੁਲੀ ਅਗਰੀ, ਠੀਕ ਹੈ ਜੀ, ਕਲੀਅਰ ਹੋ ਗਿਆ। ਜੇ ਤੁਸੀਂ ਇਸੇ ਹੀ ਟਾਸਕ ਦੇ ਕੁਐਸਚਨ ਦਾ ਜੇ ਓਪੀਨੀਅਨ ਫੁਲੀ ਡਿਸਐਗਰੀ ਦੇ ਵਿੱਚ ਦੇਣਾ ਹੁੰਦਾ ਤਾਂ ਤੁਸੀਂ ਇਸ ਐਗਜ਼ਾਮਪਲ ਤੋਂ ਸਮਝ ਸਕਦੇ ਹੋ ਕਿਵੇਂ ਦੇ ਸਕਦੇ ਸੀ। ਆਈ ਫਰਮਲੀ, ਠੀਕ ਹੈ ਜੀ, ਆਈ ਫਰਮਲੀ ਜਾਂ ਸਟਰੋਂਗਲੀ ਮਤਲਬ ਤੁਸੀਂ ਉੱਥੇ ਲਾ ਕੇ ਦੱਸ ਰਹੇ ਹੋ ਕੰਪਲੀਟਲੀ। ਆਈ ਫਰਮਲੀ ਡਿਸਐਗਰੀ ਦੈਟ prohibiting meat consumption is a wise decision for a number of practical factors। ਤਾਂ ਤੁਸੀਂ ਇਸ ਚੀਜ਼ ਦੇ ਨਾਲ ਡਿਸਐਗਰੀ ਹੋ ਰਹੇ ਹੋ ਵੀ ਇੱਕ ਵਧੀਆ ਡਿਸੀਜਨ ਹੈ, ਮਤਲਬ ਤੁਸੀਂ ਇਹਨੂੰ ਵਧੀਆ ਡਿਸੀਜਨ ਨਹੀਂ ਮੰਨ ਰਹੇ। ਤਾਂ ਉਹਦੇ ਵਿੱਚ ਫਰਕ ਬਸ ਇਹੀ ਆ ਕਿ ਤੁਸੀਂ ਫਰਮਲੀ ਸਟਰੋਂਗਲੀ ਡਿਸਐਗਰੀ ਲਾ ਕੇ ਆਪਦਾ ਇੱਕ ਸਾਈਡ ਵਾਲਾ ਓਪੀਨੀਅਨ ਦੇ ਰਹੇ ਹੋ, ਠੀਕ ਹੈ ਜੀ। ਤਾਂ ਮੈਂ ਆਸ ਕਰਦਾ ਇਸ ਵੀਡੀਓ ਦੇ ਵਿੱਚ ਤੁਸੀਂ ਸਿੱਖਿਆ
ਕਿ ਕਿਵੇਂ ਤੁਸੀਂ ਆਪਦੇ 3 ਕੁਐਸਚਨਸ ਨੂੰ ਪੋਜ਼ਿਟਿਵ ਨੈਗੇਟਿਵ ਡਿਵੈਲਪਮੈਂਟ, ਠੀਕ ਹੈ ਜੀ, ਆਊਟਵੇ ਡਿਸਐਡਵਾਂਟੇजेस ਆਊਟਵੇ ਐਡਵਾਂਟੇजेस ਤੇ ਅਗਰੀ ਡਿਸਐਗਰੀ ਦੇ ਵਿੱਚ, ਠੀਕ ਹੈ ਜੀ, ਪੋਜ਼ਿਟਿਵ ਨੈਗੇਟਿਵ ਡਿਵੈਲਪਮੈਂਟ, ਇਹਨਾਂ ਤਿੰਨਾਂ ਕੁਐਸਚਨ ਦੇ ਵਿੱਚ ਤੁਸੀਂ ਥੀਸਿਸ ਕਿਵੇਂ ਕਲੀਅਰਲੀ ਲਿਖ ਸਕਦੇ ਹੋ। ਜਿੰਨੀ ਗੱਲ ਕਲੀਅਰ ਰੱਖੋਗੇ, ਸਿੰਪਲ ਰੱਖੋਗੇ, ਬੈਂਡ ਸਕੋਰ ਉਨਾ ਹੀ ਵਧੀਆ ਆਉਣ ਦੀ ਪ੍ਰੋਬੇਬਿਲਿਟੀ ਹੈ, ਠੀਕ ਹੈ ਜੀ। examiners are not looking for high profile vocabulary, they are looking for ਅੰਡਰਸਟੈਂਡੇਬਲ ਥਿੰਗਸ, ਜਿਹੜੀਆਂ ਉਹਨਾਂ ਨੂੰ ਛੇਤੀ ਸਮਝ ਆ ਸਕਣ। ਤਾਂ ਜਿੰਨੀ ਜ਼ਿਆਦਾ ਕਲੈਰਿਟੀ ਹੋਊਗੀ ਉਹਨਾਂ ਬੈਂਡ ਸਕੋਰ ਵਧੀਆ ਹੋਊਗਾ। ਸੋ ਆਸ ਕਰਦੇ ਤੁਹਾਡੇ ਸਾਰਿਆਂ ਦੇ ਬੈਂਡ ਸਕੋਰ ਵਧੀਆ ਆਉਣ। ਤੁਸੀਂ ਇਸ ਵੀਡੀਓ ਤੋਂ ਸਿੱਖਿਆ, ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ ਜੀ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਅਪਡੇਟਸ ਇਮੀਗ੍ਰੇਸ਼ਨ, ਆਇਲਸ ਤੇ ਪੀਟੀ ਤੇ ਮਿਲਦੀਆਂ ਰਹਿਣ। ਧੰਨਵਾਦ।